ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਜਦੋਂ ਵੀ ਕਿਤੇ ਕਿਸੇ ਦੇ ਨਾਲ ਇਨਜਸਟਿਸ ਹੁੰਦਾ ਹੈ ਤੇ ਆਪ ਮੀਡੀਆ ਕਰਮੀ ਵਾਲਿਆਂ ਦਾ ਬਹੁਤ ਵੱਡਾ ਰੋਲ ਜਿਹੜਾ ਹੈ ਤੁਸੀਂ ਇਹ ਅਦਾ ਕਰਦੇ ਹੋ ਤਾਂ ਕਿ ਉਹਨਾਂ ਨੂੰ ਜਿਹੜਾ ਹੈ ਜਸਟਿਸ ਮਿਲ ਸਕੇ। ਸੋ ਅੱਜ ਦੀ ਜਿਹੜੀ ਇਹ ਕਾਨਫਰੰਸ ਰੱਖੀ ਗਈ ਹੈ, ਜਿਵੇਂ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਪੁੰਛ ਦੇ SHO ਰਣਜੀਤ ਰਾਏ ਵੱਲੋਂ ਜਦੋਂ ਇੱਕ ਪੁਲਿਸ ਕਰਮੀ ਵੀਰ, ਜਿਸ ਵੀਰ ਦਾ ਨਾਮ ਸੀ ਜਗਵਿੰਦਰ ਸਿੰਘ, ਉਸ ਨੂੰ ਵਿਦਆਊਟ ਐਨੀ ਕ੍ਰਾਈਮ ਤੋਂ ਉਸ ਨੂੰ ਇੱਥੋਂ ਪੁੰਛ ਸਿਟੀ ਦੇ ਵਿੱਚੋਂ ਚੁੱਕਿਆ। ਅੱਤ ਦਾ ਤਸ਼ੱਦਦ ਉਸ ਵੀਰ ਦੇ ਉੱਤੇ ਕੀਤਾ ਗਿਆ। ਹਾਲਾਂਕਿ ਸਭ ਤੋਂ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਰਣਜੀਤ ਰਾਏ ਜਿਹੜਾ ਇੱਕ ਖੁਦ SHO ਹੈ, ਉਹ ਇੱਕ ਵਰਦੀ ਦੀ ਉਸ ਨੂੰ ਬਿਲਕੁਲ ਵੀ ਕਦਰ ਨਹੀਂ। ਉਸਨੇ ਇੱਕ ਗਵਰਨਮੈਂਟ ਇੰਪਲਾਈ ਨੂੰ, ਆਪਣੇ ਹੀ ਡਿਪਾਰਟਮੈਂਟ ਦੇ ਬੰਦੇ ਨੂੰ ਚੁੱਕਿਆ, ਉਸ ਦੇ ਉੱਤੇ ਅੱਤ ਦਾ ਤਸ਼ੱਦਦ ਕੀਤਾ ਤੇ ਸ਼ਾਮ ਨੂੰ ਉਸ ਨੂੰ ਛੱਡ ਦਿੱਤਾ। ਸਵਾਲ ਇਹ ਹੈ ਕਿ ਜੇ ਉਸਨੇ ਕ੍ਰਾਈਮ ਕੀਤਾ ਸੀ ਤੇ ਫਿਰ ਉਸ ਨੂੰ ਸ਼ਾਮ ਨੂੰ ਕਿਉਂ ਛੱਡਿਆ, ਤੇ ਜੇ ਉਸਨੇ ਕ੍ਰਾਈਮ ਨਹੀਂ ਕੀਤਾ ਤੇ ਫਿਰ ਉਸ ਨੂੰ 3rd ਡਿਗਰੀ ਕਿਉਂ ਦਿੱਤੀ ਗਈ? ਹੀ ਇਜ਼ ਨਾਟ ਏ ਕ੍ਰਿਮੀਨਲ, ਕਿਉਂਕਿ 3rd ਡਿਗਰੀ ਕ੍ਰਿਮੀਨਲ ਨੂੰ ਨਹੀਂ ਦਿੱਤੀ ਜਾ ਸਕਦੀ। ਸੋ ਅਸੀਂ ਅੱਜ ਇਹ ਕਾਨਫਰੰਸ ਰੱਖੀ ਗਈ ਹੈ। ਉਹਨਾਂ ਦੇ ਪਰਿਵਾਰ ਨੇ, ਵੀਰ ਜਗਵਿੰਦਰ ਸਿੰਘ ਜੀ ਦੇ ਪਰਿਵਾਰ ਨੇ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਜਿਹੜੀ ਅਪਰੋਚ ਕੀਤੀ ਹੈ, ਕਿਉਂਕਿ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਸਰਬ ਸਾਂਝੀਵਾਲਤਾ ਦਾ ਜਿਹੜਾ ਹੈ ਉਹ ਗੱਲ ਕਰਦੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਕਮਾਉਂਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ। ਜਿੱਥੇ ਵੀ ਕਿਸੇ ਦੇ ਨਾਲ ਇਨਜਸਟਿਸ ਹੁੰਦਾ ਹੈ, ਉਹ ਚਾਹੇ ਕਿਸੇ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੋਵੇ, ਤੇ ਸਿੱਖ ਜਿਹੜੀ ਯੂਨਾਈਟਿਡ ਆਰਗੇਨਾਈਜੇਸ਼ਨ ਹੈ ਇਹ ਉਸ ਦੇ ਨਾਲ ਹਮੇਸ਼ਾ ਖੜੀ ਰਹਿੰਦੀ ਹੈ। ਸੋ ਪਰਿਵਾਰ ਦੇ ਨੇ ਸਾਡੇ ਨਾਲ ਸੰਪਰਕ ਕੀਤਾ। ਅੱਜ ਸਾਰੇ ਵੀਰ ਅਸੀਂ ਇੱਥੇ ਇਕੱਠੇ ਹੋਏ ਹਾਂ। ਇਹਨਾਂ ਨੇ ਸਾਰਿਆਂ ਨੇ ਅੱਜ ਜਿਹੜਾ ਹੈ ਇੱਕ ਪੈਨਲ ਤਿਆਰ ਕੀਤਾ ਹੈ ਕਿ ਜਿਹੜਾ ਇਹ ਕੇਸ ਜਿਹੜਾ ਉਸ ਦੀ ਕੇਸ ਦੀ ਪੈਰਵਾਈ ਜਿਹੜੀ ਉਹ ਕਰਨਗੇ। ਔਰ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੀ ਹੈ। ਜਦੋਂ ਤੱਕ ਇਸ ਵੀਰ ਨੂੰ ਇਨਸਾਫ ਨਹੀਂ ਮਿਲਦਾ ਤਦੋਂ ਤੱਕ ਇਹ ਜਿਹੜੀ ਹੈ ਇਸ ਕੇਸ ਦੀ ਫਾਈਟ ਕਰਦੇ ਰਵਾਂਗੇ। ਸੋ ਇੱਕ ਬੇਨਤੀ ਜਿਹੜੀ ਹੈ ਜੁਡੀਸ਼ੀਅਲ ਨੂੰ ਵੀ ਇਹ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਕੇਸਿਸ ਆਉਂਦੇ ਹਨ ਤੇ ਵੱਧ ਤੋਂ ਵੱਧ ਜਿਹੜਾ ਉਹਨਾਂ ਦੇ ਨਾਲ ਇਨਸਾਫ ਕੀਤਾ ਜਾਵੇ, ਤਾਂ ਕਿ ਕਦੇ ਵੀ ਜਿਹੜੀ ਹੈ ਇਹ ਗਵਰਨਮੈਂਟ ਜਿਹੜੀ ਵਰਦੀ ਜਿਹੜੀ ਹੈ ਇਸ ਦੇ ਜਿਹੜਾ ਕੋਈ ਨਾਜਾਇਜ਼ ਫਾਇਦਾ ਚੁੱਕਦਾ ਹੈ, ਕਿਉਂਕਿ ਦਾਗ ਇੱਕ ਨੂੰ ਲੱਗਦਾ ਹੈ ਤੇ ਸਾਰਾ ਜਿਹੜੀ ਹੈ ਡਿਪਾਰਟਮੈਂਟ ਜਿਹੜਾ ਹੈ ਉਹ ਬਦਨਾਮ ਹੁੰਦਾ ਹੈ। ਸੋ ਅਸੀਂ ਜੁਡੀਸ਼ੀਅਲ ਅੱਗੇ ਵੀ ਇਹੋ ਮੰਗ ਕਰਦੇ ਹਾਂ ਕਿ ਵੀਰ ਦੇ ਨਾਲ ਜਸਟਿਸ ਕੀਤਾ ਜਾਵੇ। ਸੋ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਕਮਾਉਂਦੀ ਹੈ, ਉੱਥੇ ਹੀ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਵੀ ਕਿਸੇ ਗਰੀਬ ਲੋੜਵੰਦ ਨੂੰ ਕੋਈ ਵੀ ਜਿਹੜੀ ਹੈ ਜ਼ਰੂਰਤ ਹੁੰਦੀ ਹੈ, ਉਸ ਨੂੰ ਹਰ ਚੀਜ਼ ਦੀ ਜਿਹੜੀ ਹੈ ਮੁਹੱਈਆ, ਜਿਹੜਾ ਰਾਸ਼ਨ ਚਾਹੇ ਹੋਵੇ, ਚਾਹੇ ਕਰੋਨਾ ਦਾ ਟਾਈਮ ਹੋਵੇ, ਉੱਤੇ ਹਰ ਇੱਕ ਗਰੀਬ, ਹਰ ਇੱਕ ਲੋੜਵੰਦ ਦੇ ਨਾਲ ਇੱਥੇ ਖੜੀ ਹੈ। ਐਂਬੂਲੈਂਸ ਦੀ ਸੇਵਾ ਜਿਹੜੀ ਹੈ ਉਹ ਵੀ ਪ੍ਰੋਵਾਈਡ ਕਰਵਾ ਰਹੀ ਹੈ। ਇਸ ਦੁਨੀਆ ਵਿੱਚ ਇੱਕ ਚੀਜ਼ ਹੋਰ ਮੈਂ ਇੱਥੇ ਐਡ ਕਰਨਾ ਚਾਹਾਂ, ਕਹਿੰਦੇ ਜ਼ਰੂਰੀ ਨਹੀਂ ਹੈ ਹਿੰਦੂ ਜਾਂ ਮੁਸਲਮਾਨ ਹੋਣਾ, ਜ਼ਰੂਰੀ ਹੁੰਦਾ ਹੈ ਕਿ ਇਨਸਾਨ ਦਾ ਇਨਸਾਨ ਹੋਣਾ। ਪਰ ਜਦੋਂ ਇਸ SHO ਵੱਲ ਅਸੀਂ ਧਿਆਨ ਕਰਦੇ ਹਾਂ ਤੇ ਇਸਨੇ ਇੰਨਾ ਤਸ਼ੱਦਦ ਜਿਹੜਾ ਹੈ ਇਸ ਵੀਰ ਦੇ ਉੱਤੇ ਕੀਤਾ ਹੈ, ਤੁਸੀਂ ਪਹਿਲੇ ਵੀ ਮੀਡੀਆ ਦੇ ਰਾਹੀਂ ਦੇਖਿਆ ਹੋਣਾ। ਸੋ ਅਸੀਂ ਇਹੋ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਟਾਈਮ ਹੈ, ਸਾਡੀ ਜਿਹੜੀ ਇਹ ਟੀਮ ਤਿਆਰ ਹੋਈ ਹੈ ਇਹ ਇਸ ਪਰਿਵਾਰ ਦੇ ਨਾਲ ਖੜੀ ਰਹੇਗੀ। ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਇਹਨਾਂ ਦੇ ਨਾਲ ਖੜੀ ਸੀ, ਮਨੁੱਖਤਾ ਦੇ ਨਾਲ ਖੜੀ ਸੀ, ਖੜੀ ਹੈ ਤੇ ਹਮੇਸ਼ਾ ਹੀ ਖੜੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੀਡੀਆ ਕਰਮੀਆਂ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ। ਅੱਜ ਜੋ ਯੂਨਾਈਟਿਡ ਸਿੱਖਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਨ ਕੋਲੈਬੋਰੇਸ਼ਨ ਵਿਦ ਐਡਵੋਕੇਟਸ ਦਾ ਇੱਕ ਜਿਹੜਾ ਅਸੀਂ ਪੈਨਲ ਬਣਾਇਆ ਹੈ, ਉਹਨਾਂ ਦੇ ਨਾਲ ਇਹ ਯੂਨਾਈਟਿਡ ਸਿੱਖਸ ਦੇ ਨਾਲ ਮਿਲ ਕੇ ਇਹ ਜੋ ਸਾਡੇ ਐਡਵੋਕੇਟਸ ਹਨ, ਇਹ ਪੁੰਛ ਦੇ ਵਿੱਚ ਡਿਸਟ੍ਰਿਕਟ ਪੁੰਛ ਜੰਮੂ UT ਦਾ ਹੈ ਜ਼ਿਲ੍ਹਾ ਪੁੰਛ, ਇਹਦੇ ਵਿੱਚ ਇਹ ਸਾਡੇ ਨਾਲ ਮਿਲ ਕੇ ਕੰਮ ਕਰਨਗੇ। ਕਿਸੇ ਵੀ ਗਰੀਬ ਗੁਰਬੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇਨਜਸਟਿਸ ਜਾਂ ਤਸ਼ੱਦਦ, ਕਿਉਂਕਿ ਯੂਨਾਈਟਿਡ ਸਿੱਖਸ ਦਾ ਮੋਟੋ ਹੈ ਵੀ ਰਿਕੋਗਨਾਈਜ਼ ਹਿਊਮਨ ਰੇਸ ਐਜ਼ ਵਨ, ਕਿਉਂਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਹੋ। ਸਾਡੇ ਵਾਸਤੇ ਹਰ ਇੱਕ ਇਨਸਾਨ ਹੈ, ਬਾਅਦ ਵਿੱਚ ਉਸਦਾ ਅਸੀਂ ਧਰਮ ਦੇਖਾਂਗੇ। ਇਸੇ ਮੋਟੋ ਨੂੰ ਲੈ ਕੇ ਅਸੀਂ ਜੋ ਇੱਕ ਪੁੰਛ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਯੂਨਾਈਟਿਡ ਸਿੱਖਸ ਵੱਲੋਂ ਇੱਕ ਪੈਨਲ ਕ੍ਰੀਏਟ ਕੀਤਾ ਗਿਆ ਹੈ ਐਡਵੋਕੇਟਸ ਦਾ। ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਵੀ, ਭੈਣ ਜੀ ਦਾ ਵੀ ਅਤੇ ਇਹ ਸਾਡੇ ਜਿਹੜੇ ਵੀਰ ਜੀ ਨਾਲ ਨੇ ਐਡਵੋਕੇਟਸ ਨੇ ਇੱਥੇ ਪੁੰਛ ਜ਼ਿਲ੍ਹੇ ਦੇ, ਇਹਨਾਂ ਦਾ ਵੀ ਸਾਡੀ ਤਰਫੋਂ ਬਹੁਤ ਵੈਲਕਮ ਹੈ, ਬਹੁਤ ਧੰਨਵਾਦ ਹੈ ਕਿ ਤੁਸੀਂ ਇਤਨਾ ਵੱਡਾ ਇੱਕ ਜੋ ਇਨੀਸ਼ੀਏਟਿਵ ਲਿਆ ਹੈ ਯੂਨਾਈਟਿਡ ਸਿੱਖਸ ਦੇ ਨਾਲ ਕੋਲੈਬੋਰੇਟ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਸ ਜੋ ਗਰੀਬ ਗੁਰਬੇ ਦਾ ਹੋਏਗਾ, ਜੈਨੂਅਨ ਕੇਸ ਜਿਸ ਦੇ ਵਿੱਚ ਕਿਸੇ ਗਰੀਬ ਦੇ ਨਾਲ ਇਨਜਸਟਿਸ ਹੋਇਆ ਹੋਵੇ, ਉਹ ਕੇਸ ਜਿਹੜਾ ਹੈ ਇਹ ਜਿਹੜੇ ਸਾਡੇ ਵਕੀਲਾਂ ਦਾ ਜਿਹੜਾ ਇਹ ਪੈਨਲ ਬਣਿਆ ਹੈ
ਇਹ ਜੋ ਐਡਵੋਕੇਟਸ ਦਾ ਪੈਨਲ ਬਣਿਆ ਹੈ ਇਹ ਉਸ ਕੇਸ ਨੂੰ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਹੈ ਲੜਨਗੇ ਔਰ ਯੂਨਾਈਟਿਡ ਸਿੱਖਸ ਇਹਨਾਂ ਦੇ ਨਾਲ ਪੂਰਾ ਵਾਅਦਾ ਕਰਦੀ ਹੈ ਕਿ ਹਮੇਸ਼ਾ ਖੜੀ ਰਹੀ ਹੈ ਇਹੋ ਜਿਹੇ ਮਸਲਿਆਂ ਦੇ ਵਿੱਚ, ਖੜੀ ਹੈ ਅਤੇ ਅੱਗੇ ਵੀ ਆਉਣ ਵਾਲੇ ਜਿਹੜੇ ਸਮਾਂ ਹੋਏਗਾ ਇਹੋ ਜਿਹੇ ਜਿਹੜੇ ਕੋਈ ਵੀ ਮਸਲੇ ਹੋਣਗੇ ਇਹਨਾਂ ਦੇ ਨਾਲ ਅਸੀਂ ਖੜੇ ਰਹਾਂਗੇ। ਕਿਉਂਕਿ ਕੁਝ ਦਿਨ ਪਹਿਲਾਂ ਜਗਵਿੰਦਰ ਸਿੰਘ ਜੀ ਦੇ ਕੇਸ ਦਾ ਜਿਹੜਾ ਟੌਰਚਰ ਕੇਸ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੇਸ ਸਿਰਫ ਇसी ਇੱਕੋ ਥਾਣੇ ਦੇ ਅੰਡਰ ਜਿਹੜੀ ਜੂਰਿਸਡਿਕਸ਼ਨ ਹੈ ਇਸ ਥਾਣੇ ਦੀ, ਉਹਦੇ ਅੰਦਰ ਬਹੁਤ ਸਾਰੇ ਕੇਸ ਜਿਹੜੇ ਨੇ ਵਿਕਟਿਮਸ ਜਿਹੜੇ ਸਾਹਮਣੇ ਆਏ ਨੇ ਉਹ ਵੀ ਇਸ ਵੇਲੇ ਸਾਡੇ ਨਾਲ ਇੱਥੇ ਮੌਜੂਦ ਨੇ। ਉਹਨਾਂ ਦੇ ਨਾਲ ਵੀ ਅਸੀਂ ਬਾਅਦ ਵਿੱਚ ਤੁਹਾਡੇ ਨਾਲ ਗੱਲਬਾਤ ਕਰਵਾਵਾਂਗੇ। ਉਸ ਤੋਂ ਪਹਿਲਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਕੋਲੈਬੋਰੇਟ ਕੀਤਾ। ਹੁਣ ਅਸੀਂ ਜਿਹੜਾ ਮਾਈਕ ਹੈ ਉਹ ਇਹਨਾਂ ਦੇ ਅੱਗੇ ਰੱਖਾਂਗੇ। ਧੰਨਵਾਦ ਜੀ। ਵਕੀਲ ਸਾਹਿਬ ਤੁਹਾਡੇ ਨਾਲ ਇਹ ਸਵਾਲ ਹੈ ਕਿ ਅੱਜ ਜੋ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਤੁਹਾਡੇ ਮੋਢੇ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਜੋ ਸੌਂਪੀ ਹੈ, ਕਿਆ ਤੁਸੀਂ ਇਸ ਨੂੰ ਨਿਭਾ ਪਾਓਗੇ? ਔਰ ਕਿਉਂਕਿ ਇਹ ਕੰਡਿਆਂ ਤੇ ਰਾਹ ਤੇ ਚੱਲਣ ਵਾਲੀ ਗੱਲ ਹੈ, ਪੁਲਿਸ ਨਾਲ ਐਡਮਿਨਿਸਟ੍ਰੇਸ਼ਨ ਨਾਲ ਧੱਕਾ ਜੋ ਕਿਸੇ ਨਾਲ ਕਰਦੀ ਹੈ ਉਹਦੇ ਨਾਲ ਟੱਕਰ ਲੈਣਾ ਕੋਈ ਮਾੜੀ ਮੋਟੀ ਗੱਲ नहीं है। क्या तुसी ये जिम्मेवारी अपने मोढे पे निभा पाओगे इधर? मैं सबसे पहले यूनाइटेड सिख इंटरनेशनल ऑर्गेनाइजेशन जो यूएस बेस्ड है इसका शुक्रगुजार हूँ कि आप लोगों ने बॉर्डर के दूर दराज इलाके में आकर अपने इंसाफ के दामन को लोगों तक पहुँचाने के लिए आपने अपना किरदार पेश किया है। दूसरी बात जो आपने की है कि क्या आप हमारे साथ हम आपके साथ खड़े रहेंगे या नहीं खड़े रहेंगे, गुरबा का और हेल्पलेस लोगों की मदद करेंगे या नहीं। बात यह है कि हमारी टक्कर किसी एडमिनिस्ट्रेशन से किसी डिपार्टमेंट से कभी नहीं होगी। हमारी जब भी बात होगी तो वो इंसाफ को लोगों को दिलाने के लिए होगी। तो उसकी ज़द में जो भी आएगा, जितने भी डिपार्टमेंट्स हैं या एडमिनिस्ट्रेशन है वो तो जानबूझकर किसी से ज़्यादती नहीं करती है, लेकिन अगर कहीं किसी से ज़्यादती होती है तो उसके लिए हमारा जो पैनल है, हम आप लोगों का शुक्रिया अदा करते हैं कि आपने एक पैनल को तश्कील दिया है। तो हमारा पैनल उन लोगों की मदद करेगा और हमें डिस्ट्रिक्ट पुंछ और राजौरी के लिए जहाँ तक कहा गया है तो दोनों डिस्ट्रिक्टों में हम कवर करेंगे। और जहाँ जहाँ भी लोग हेल्पलेस होंगे, बेगुनाह होंगे, गरीब होंगे, जिनकी कोई मदद करने वाला नहीं होगा, तो हम फ्री ऑफ कॉस्ट आपके ताउन से उन लोगों की मदद करेंगे और उनके साथ खड़े रहेंगे और उनको जहाँ तक इंसाफ दरकार होगा हम उनको इंसाफ दिलवाएंगे। क्या कहना चाहोगे? सर, सबसे पहले तो आई एम हाईली थैंकफुल कि यूनाइटेड सिख ऑर्गेनाइजेशन ने हम 3 लोगों को, एडवोकेट अबरार शाह, एडवोकेट ताहिर महमूद और मुझे जो है इस पैनल में सेलेक्ट किया कि हम इस तरह के केसेस जहाँ पे किसी के साथ इनजस्टिस हुआ है उसके लिए लड़ने के लिए हमें चुना पूरे पुंछ और राजौरी में। और हमारा ये वादा है खाली आपसे नहीं सिर्फ और पूरी जनता से कि अगर किसी के साथ कोई इनजस्टिस होता है वो कभी भी हमारे पास आए, सिर्फ उसका केस जेन्युइन होना चाहिए, वो गलत नहीं होना चाहिए। तो हम उसका केस किसी भी लेवल तक लेकर जाना पड़े, चाहे हाई कोर्ट तक, चाहे सुप्रीम कोर्ट तक, तो हम आप लोगों की हेल्प से उसका केस वहाँ तक पहुँचाएंगे और उसको कोशिश करेंगे कि जल्दी से जल्दी जस्टिस मिले। पूरी सेवा बिल्कुल निष्काम रही। बिल्कुल सर, ये हमें पहले भी हमने गरीब लोगों की काफ़ी हेल्प की है और जहाँ पे किसी के पास पेइंग कैपेसिटी नहीं होती है तो हम उससे फ़ी जो है नहीं लेते हैं, ये यहाँ के लोग जानते भी हैं। और आगे भी हम ऐसा ही करेंगे कि अगर कोई पेइंग कैपेसिटी में नहीं है और वो हमारे पास आता है तो हम उससे कोई फ़ी नहीं लेंगे और हम फ्री ऑफ कॉस्ट उसका केस जो है कंटेस्ट करेंगे और हमारी कोशिश यही रहेगी कि उसको जल्दी से जल्दी इंसाफ मिले। और इस तरह के जो मैटर्स हैं वो उन पे एक चेक या एक कंट्रोल जो है हो कि आज के बाद ऐसा कोई इंसिडेंट पुंछ में नहीं हो। जो यूनाइटेड सिक्स ने एक प्लेटफॉर्म तो दिता है और तुम्हारी काबिलियत है तो उनसे जो पूरे पुंछ विचों 3 हीरे चुन के यूनाइटेड सिक्स ने सामने रखे हैं कि ये भी उम्मीद करते हैं ਅਸੀਂ कि तुसी अपनी जो जिम्मेदारियां ते खरे उतरोगे। क्या कहना चाहोगे? देखो, अभी मेरे काबल कलीग इन्होंने कहा है कि जो यूनाइटेड सिक्स ऑर्गेनाइजेशन ने आपको चुना है। मेरा जो यकीन है उस वाहे गुरु पर, उस अल्लाह के ऊपर है, चुनने वाला वो है। मैं इस चीज़ पर कायल हूँ। देखो, इससे पहले भी हमारी ये एडवोकेट धीरज मैम और हमारे वाइस प्रेसिडेंट अबरार साहब भी जानते हैं, मैं इस लीगल सर्विस अथॉरिटी के साथ जुड़ा हूँ, उनका पैनल एडवोकेट हूँ। हम गांव में हर जगह गरीब की आवाज़ बुलंद करते हैं, जिनके पास नहीं होता हमें गवर्नमेंट पे करती है, कई बार हम अपने शुरू में हमें अपने जेब से लगाने पड़ते हैं। तो अपने डिस्ट्रिक्ट में हम ये काम कर रहे हैं
वो जो हमें जब डिस्ट्रिक्ट लीगल सर्विस अथॉरिटी ने चुना तो ये यहाँ से जितने एडवोकेट्स उन्होंने कहा कि ये लोग ऐसे फ्री ऑफ कास्ट काम कर रहे हैं, तो अगर आप इनको इधर इसमें शामिल कर दो तो और अच्छा बेहतर काम होगा। तो आज मैं तो आपका शुक्रगुजार हूँ और उससे बाद उस ऊपर वाले का हूँ कि आपने हमें इस पैनल के अंदर लाया। तो इंशाअल्लाह हम जी जान से काम करेंगे और आपको कभी निराश नहीं करेंगे, ये इंशाअल्लाह आपको हम पूरा यकीन दिलाते हैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੇ ਸੁਣ ਲਿਆ ਹੋਵੇਗਾ ਸਾਡੇ ਸਾਰੇ ਹੀ ਵਿਚਾਰ ਵੀਰਾਂ ਦੇ, ਮਾਨਨੀय ਐਡਵੋਕੇਟਸ ਦੇ। ਮੈਂ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਖਾਸ ਕਰਕੇ ਮੀਡੀਆ ਦਾ, ਕਿ ਜਿਨ੍ਹਾਂ ਨੇ ਇਹ ਆਵਾਜ਼ ਚੁੱਕਣ ਦੀ ਹਿੰਮਤ ਕੀਤੀ ਹੈ ਔਰ ਸਾਡੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈ ਹੈ। ਕਿਉਂਕਿ ਇਹ ਕੁਝ ਐਸੇ ਕੇਸਿਸ ਹਨ ਜਿਸ ਦੇ ਵਿੱਚ ਕਈ ਵਾਰ ਸਾਹਮਣੇ ਨਾ ਆਉਣ ਦੀ ਵਜ੍ਹਾ ਨਾਲ ਉਹਨਾਂ ਗਰੀਬ ਲੋਕਾਂ ਨੂੰ ਬੜੀ ਮੁਸੀਬਤ ਆਉਂਦੀ ਹੈ, ਕੋਈ ਰਾਹ ਨਹੀਂ ਲੱਭਦਾ। ਅਤੇ ਮੀਡੀਆ ਇੱਕ ਐਸਾ ਜ਼ਰੀਆ ਜਿਹੜਾ ਉਹਨਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਕੋਲ ਮੈਸੇਜ ਨਹੀਂ ਪੁੱਜ ਸਕਦਾ ਉਹਨਾਂ ਤੱਕ ਮੈਸੇਜ ਪਹੁੰਚਾਉਣ ਦਾ ਇਹ ਬਹੁਤ ਜ਼ਰੂਰੀ ਹੈ। ਕਿ ਮੀਡੀਆ ਵੀਰ ਜਿਹੜੇ ਸਾਡੇ ਅੱਜ ਇੱਥੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਆਪਣਾ ਫਰਜ਼ ਨਿਭਾ ਰਹੇ ਨੇ ਮਾਨਵਤਾ ਲਈ ਵੀ ਅਤੇ ਆਪਣੀ ਆਪਣਾ ਕਮਿਊਨਿਟੀ ਲਈ ਵੀ। ਦੂਸਰਾ ਮੈਂ ਸ਼ੁਕਰਗੁਜ਼ਾਰ ਹਾਂ ਮੈਡਮ ਧੀਰਜ ਕੌਰ ਹੋਰਾਂ ਦਾ, ਉਹਨਾਂ ਦੇ ਕੁਲੀਗ ਤਾਹਿਰ ਸਰ, ਅਬਾਰ ਸਰ, ਕਿ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਸੇਵਾ ਲੈਣ ਦੀ ਹਿੰਮਤ ਕੀਤੀ ਹੈ। ਕਿਉਂਕਿ ਇੱਕ ਐਸੀ ਸੇਵਾ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਇਹ ਕੰਡਿਆਂ 'ਤੇ ਚੱਲਣ ਦੀ ਸੇਵਾ ਅਤੇ ਹਰ ਕੋਈ ਨਹੀਂ ਨਿਭਾ ਸਕਦਾ। ਅਤੇ ਇਸ ਦੇ ਲਈ ਸਾਨੂੰ ਇਮਾਨਦਾਰ, ਡੈਡੀਕੇਟਿਡ ਅਤੇ ਇੱਕ ਲਾਇਲ ਲੋਕਾਂ ਦੀ ਜ਼ਰੂਰਤ ਹੈ ਕਿ ਜਿਹੜੇ ਅਗਰ ਕਿਸੇ ਗਰੀਬ ਬੰਦਾ ਤੁਹਾਡੇ 'ਤੇ ਭਰੋਸਾ ਕਰਕੇ ਅਗਰ ਕੋਈ ਅੱਗੇ ਆ ਰਿਹਾ ਤਾਂ ਤੁਸੀਂ ਉਹਦਾ ਭਰੋਸਾ ਬਰਕਰਾਰ ਰੱਖ ਕੇ ਉਸਨੂੰ ਇਨਸਾਫ ਦਿਲਾਓ। ਅਤੇ ਇਹ ਤਿੰਨ ਜਿਹੜੇ ਅਸੀਂ ਹੀਰੇ ਹੀ ਕਹਿ ਸਕਦੇ ਹੋ ਕਿ ਜਿਹੜੇ ਅਸੀਂ ਚੁਣ ਕੇ ਅੱਗੇ ਲਿਆਂਦੇ ਨੇ ਮਾਨਵਤਾ ਦੀ ਸੇਵਾ ਵਾਸਤੇ, ਹਰ ਇੱਕ ਕਮਿਊਨਿਟੀ ਵਾਸਤੇ। ਉਹਨਾਂ ਸਾਰਿਆਂ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਜਿਨ੍ਹਾਂ ਨੂੰ ਵੀ ਕੋਈ ਵੀ ਪਰੇਸ਼ਾਨੀ ਹੈ, ਯੂਨਾਈਟਿਡ ਸਿੱਖ ਉਹਨਾਂ ਨਾਲ ਹਮੇਸ਼ਾ ਤਿਆਰ ਬਰ ਤਿਆਰ 24/7 ਸਰਵਿਸ ਦੇਗੀ। ਕਿਸੇ ਟਾਈਮ ਵੀ ਤੁਸੀਂ ਸਾਨੂੰ ਯਾਦ ਕਰ ਸਕਦੇ ਹੋ। ਮੈਂ ਯੂਨਾਈਟਿਡ ਸਿੱਖ ਦੇ ਵੀਰਾਂ ਦੇ ਨੰਬਰ ਤੁਹਾਨੂੰ ਅਨਾਊਂਸ ਕਰ ਦਿੰਦਾ ਅਤੇ ਬਾਅਦ ਦੇ ਵਿੱਚ ਮੈਂ ਮੀਡੀਆ ਵੀਰਾਂ ਨੂੰ ਕਹਾਂਗਾ ਇਹਨਾਂ ਨੂੰ ਤੁਸੀਂ ਆਪਣੇ ਲੋਗੋ 'ਤੇ ਵੀ ਹਾਈਲਾਈਟ ਕਰ ਦਿਓ। ਪਹਿਲਾ ਨੰਬਰ ਆ ਸਤਿੰਦਰਪਾਲ ਵੀਰ ਹੋਰਾਂ ਦਾ, ਉਹਨਾਂ ਦਾ 8803142909। ਇਹ ਯੂਨਾਈਟਿਡ ਸਿੱਖ ਦੇ JNK ਦੇ ਮੁੱਖ ਸੇਵਾ ਨਿਭਾ ਰਹੇ ਨੇ। ਉਹਦੇ ਬਾਅਦ ਵੀਰ ਰਮਨਦੀਪ ਸਿੰਘ ਜੀ, ਇਹਨਾਂ ਦਾ ਨੰਬਰ ਹੈ 9596781984। ਇਹ ਵੀ ਆਪਣੀ ਵਲੰਟੀਅਰ ਸੇਵਾ ਨਿਭਾ ਰਹੇ ਨੇ ਯੂਨਾਈਟਿਡ ਸਿੱਖ ਦੇ ਵਿੱਚ। ਇੱਕ 7889613132 ਸਰਦਾਰ ਗੁਰਜੀਤ ਸਿੰਘ ਜੀ, ਇਹ ਬਕਾਇਦਾ ਮੇਰਾ ਨੰਬਰ ਆ, ਤੁਸੀਂ ਇਹ ਵੀ ਰੱਖ ਸਕਦੇ ਹੋ। ਇੱਕ ਵੀਰ ਹਨ ਸਾਡੇ ਤੇਜਿੰਦਰ ਵੀਰ ਜੀ, ਮੈਂ ਨਾ ਨੰਬਰ ਲਿਖ ਨਹੀਂ ਸਕਿਆ, ਗੁਸਤਾਖੀ ਦੀ ਮਾਫੀ ਹੈ ਵੀਰ ਜੀ। ਅਤੇ ਸਾਰਿਆਂ ਨੂੰ ਬੇਨਤੀ ਹੈ ਇਹ ਅਸੀਂ ਨੰਬਰ ਆਪਣੇ ਨਿਊਜ਼ ਜ਼ਿਲ੍ਹੇ ਚਲੇਗੀ ਅਤੇ ਉਸਦੇ ਥੱਲੇ ਅਸੀਂ ਹਾਈਲਾਈਟ ਕਰ ਦਿਆਂਗੇ। ਅਤੇ ਸਾਰੇ ਹੀ ਸੰਗਤਾਂ ਨੂੰ, ਲੋਕਾਂ ਨੂੰ, ਖਾਸ ਕਰਕੇ ਐਡਮਿਨਿਸਟ੍ਰੇਸ਼ਨਾਂ ਨੂੰ ਇਹ ਬੇਨਤੀ ਹੈ ਕਿ ਜੋ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਗਰੀਬ ਲੋੜਮੰਦ ਕਿਸੇ ਵੀ ਤਰੀਕੇ ਨਾਲ, ਜ਼ਰੂਰੀ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਕੇਸ ਹੋਏ, ਮੈਡੀਕਲੀ ਕੇਸ ਹੋਏ, ਅਸੀਂ ਐਂਬੂਲੈਂਸ ਸੇਵਾ ਚਲਾਉਂਦੇ ਹਾਂ ਜਿਹੜੀ ਫ੍ਰੀ ਆਫ ਕਾਸਟ ਚੱਲਦੀ ਹੈ, ਜਿਹਦੀ ਸਿਰਫ ਅਸੀਂ ਪੈਟਰੋਲ ਚਾਰਜਿਸ ਲੈਂਦੇ ਹਾਂ, ਉਸ ਦੇ ਇਲਾਵਾ ਅਸੀਂ ਉਹਦੇ ਉੱਪਰ ਕੁਛ ਨਹੀਂ ਕਰਦੇ। ਅਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾ ਕੇ ਇਹ ਮਾਨਵਤਾ ਦੀ ਸੇਵਾ ਕੀਤੀ ਹੈ। ਅਤੇ ਖਾਸ ਕਰਕੇ ਮੀਡੀਆ ਦਾ ਅਤੇ ਵਕੀਲ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।